प्रोग्राम खास खबर देख रहे दर्शकों का स्वागत। मैं हाँ कमलजीत सिद्धू, तुसीं देख रहे हो द पंजाब टॉक्स चैनल। दोस्तों अज जिहड़ी खबर के उत्ते गल करनी आ वो खबर यह आ कि गरीबां दे वास्ते जिहड़ा कानून बनया होया आ उस दे विच्चों ही गरीबां नूं बाहर कीता जा रहा। तो दूसरा मामला आ कि देश की आबादी जिहड़ी आ लगातार वधदी जा रही है। ये वध रही आबादी किवें बन सकती है वरदान, इस दे उत्ते गलबात करांगे। तो पहली खबर वाल आउंदे आ। गरीबां ਦੇ ਲਈ ਇੱਕ ਕਾਨੂੰਨ ਬਣਾਇਆ ਗਿਆ ਹੈ। ਕਾਨੂੰਨ ਕੀ ਆ ਕਿ ਈਵੀਐਸ ਜਿਹਨੂੰ ਅਸੀਂ ਰਾਖਵਾਂਕਰਨ ਕਹਿੰਦੇ ਆ ਉਸ ਦੇ ਵਿੱਚੋਂ ਹੀ ਗਰੀਬਾਂ ਦੇ ਨਾਂ ਤੇ ਜਿਹੜੇ ਕਾਨੂੰਨ ਬਣਿਆ ਆ ਉਸ ਦੇ ਵਿੱਚੋਂ ਹੀ ਗਰੀਬਾਂ ਨੂੰ ਬਾਹਰ ਕੀਤਾ ਜਾ ਰਿਹਾ ਆ। ਤਾਂ ਦੱਸ ਦਈਏ ਕਿ ਭਾਰਤ ਵਿੱਚ ਜਿਹੜਾ ਰਾਖਵਾਂਕਰਨ ਹੈ ਨਾ ਉਹ ਕਈ ਸਾਲਾਂ ਤੋਂ ਚੱਲਦਾ ਆ ਰਿਹਾ ਆ ਤੇ ਚਰਚਾ ਦਾ ਵਿਸ਼ਾ ਵੀ ਹੈ। ਜਰਨਲ ਕੈਟਾਗਰੀ ਵਿੱਚ ਆਉਣ ਵਾਲੇ ਬਹੁਤ ਸਾਰੇ ਲੋਕਾਂ ਦਾ ਰਾਖਵਾਂਕਰਨ ਪਾਉਣ ਵਾਲੇ ਲੋਕਾਂ ਪ੍ਰਤੀ ਰੋਸ ਵੀ ਸਮੇਂ-ਸਮੇਂ ਤੇ ਮਹਿਸੂਸ ਕੀਤਾ ਜਾਂਦਾ ਰਿਹਾ ਸੀ। ਵੀਪੀ ਸਿੰਘ ਦੀ ਜਦੋਂ ਸਰਕਾਰ ਸੀ ਨਾ ਤਾਂ 90 ਦੇ ਦਹਾਕੇ ਦੀ ਗੱਲ ਹੈ, ਸ਼ੁਰੂਆਤੀ ਦੌਰ ਦੇ ਵਿੱਚ ਉਦੋਂ ਇਹਦਾ ਬੜਾ ਰੌਲਾ ਪੂਰੇ ਦੇਸ਼ ਭਰ ਦੇ ਵਿੱਚ ਪਿਆ ਹੋਇਆ ਸੀਗਾ। ਤੇ ਇਸ ਕਰਕੇ ਇਹੀ ਰੋਸ ਅਤੇ ਵਿਰੋਧ ਦਾ ਜਿਹੜਾ ਇੱਕ ਉਦਾਹਰਨ ਉਸ ਵੇਲੇ ਮਿਲਿਆ ਸਾਨੂੰ ਉਹ ਇਹ ਸੀਗਾ ਕਿ 1990 ਵਿੱਚ ਜਦੋਂ ਮੰਡਲ ਕਮਿਸ਼ਨ ਵੱਲੋਂ ਪਛੜੇ ਵਰਗਾਂ ਨੂੰ 27% ਰਾਖਵਾਂਕਰਨ ਦੇਣ ਦੀ ਸਿਫਾਰਿਸ਼ ਦੇ ਖਿਲਾਫ ਦੇਸ਼ ਭਰ ਦੇ ਵਿੱਚ ਪ੍ਰਦਰਸ਼ਨ ਹੋਏ ਸੀਗੇ। ਇਸ ਉੱਤੇ ਦਿੱਲੀ ਦੇ ਇੱਕ ਕਾਲਜ ਵਿੱਚ ਰਾਜੀਵ ਗੋਸਵਾਮੀ ਨਾਂ ਦੇ ਇੱਕ ਵਿਦਿਆਰਥੀ ਨੇ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਸੀਗੀ। ਬਹਿਸ ਦਾ ਇੱਕ ਹੋਰ ਵਿਸ਼ਾ ਇਹ ਵੀ ਰਿਹਾ ਆ ਕਿ ਆਜ਼ਾਦੀ ਦੇ ਬਾਅਦ 75 ਸਾਲ ਤੱਕ ਰਾਖਵਾਂਕਰਨ ਲਾਗੂ ਕਰਨ ਦੇ ਬਾਅਦ ਵੀ ਕੀ ਅਨੁਸੂਚਿਤ ਜਾਤੀਆਂ, ਜਨਜਾਤੀਆਂ ਅਤੇ ਪਛੜੇ ਵਰਗਾਂ ਦੀ ਜਿਹੜੀ ਸਥਿਤੀ ਹੈ ਉਹਦੇ ਵਿੱਚ ਕੋਈ ਫਰਕ ਪਿਆ ਆ। ਅਕਸਰ ਇਹ ਤਰਕ ਦਿੱਤਾ ਜਾਂਦਾ ਹੈ ਕਿ ਰਾਖਵਾਂਕਰਨ ਜਿਹੜਾ ਆਇਆ ਇਹਦੇ ਫਾਇਦੇ ਅਨੁਸੂਚਿਤ ਜਾਤੀਆਂ, ਜਨਜਾਤੀਆਂ ਤੇ ਹੋਰ ਪਛੜੇ ਵਰਗਾਂ ਦੇ ਉਹੀ ਲੋਕ ਪੀੜ੍ਹੀ ਦਰ ਪੀੜ੍ਹੀ ਉਠਾਉਂਦੇ ਰਹੇ ਨੇ ਜੋ ਪ੍ਰਭਾਵਸ਼ਾਲੀ ਨੇ। ਇਹ ਵੀ ਕਿਹਾ ਜਾਂਦਾ ਹੈ ਕਿ ਇਹਨਾਂ ਸਾਰੇ ਵਰਗਾਂ ਵਿੱਚੋਂ ਜੋ ਗਰੀਬ ਲੋਕ ਆ ਉਹਨਾਂ ਨੂੰ ਅੱਜ ਵੀ ਰਾਖਵੇਂ ਕਰਨ ਦਾ ਕੋਈ ਫਾਇਦਾ ਨਹੀਂ ਹੋ ਰਿਹਾ, ਉਹਦਾ ਫਾਇਦਾ ਕੁਛ ਹੋਰ ਹੀ ਲੈ ਕੇ ਜਾ ਰਿਹਾ ਆ। ਜਿਵੇਂ ਕਿ ਸਾਡੇ ਇੱਥੇ ਜਿਨ੍ਹਾਂ ਵਾਸਤੇ ਨੀਲੇ ਕਾਰਡ ਬਣੇ ਸੀਗੇ ਉਹਨਾਂ ਨੂੰ ਉਹਦੀ ਕੋਈ ਸਹੂਲਤ ਨਹੀਂ ਮਿਲ ਰਹੀ। ਅਮੀਰ ਜਿਹੜੇ ਰੱਜੇ ਪੁੱਜੇ ਆ ਉਹ ਆਪਦੇ ਨਾਂ ਦੇ ਉੱਤੇ ਨੀਲੇ ਕਾਰਡ ਬਣਾ ਕੇ ਰਾਸ਼ਨ ਲਈ ਜਾਂਦੇ। ਪੰਜਾਬ ਵਿੱਚ ਇੱਦਾਂ ਦੇ ਮੁੱਦੇ ਵੀ ਉੱਠੇ ਸੀਗੇ। ਤੇ ਸਵਾਲ ਇਹ ਵੀ ਆ ਕਿ ਜਦੋਂ ਜਾਤ ਆਧਾਰਿਤ ਰਾਖਵਾਂਕਰਨ ਦੇ ਫਾਇਦੇ ਉਹਨਾਂ ਜਾਤਾਂ ਦੇ ਸਭ ਤੋਂ ਗਰੀਬ ਲੋਕਾਂ ਤੱਕ ਨਹੀਂ ਪਹੁੰਚ ਸਕੇ ਤਾਂ ਇਹ ਉਮੀਦ ਕਰਨਾ ਕਿੰਨਾ ਕੁ ਸਹੀ ਹੈ ਕਿ ਜਨਰਲ ਕੈਟਾਗਰੀ ਦੇ ਸਭ ਤੋਂ ਗਰੀਬ ਲੋਕ ਰਾਖਵੇਂਕਰਨ ਦਾ ਫਾਇਦਾ ਉਠਾ ਸਕਣਗੇ। ਯਾਦ ਰੱਖਣਾ ਜ਼ਰੂਰੀ ਹੈ ਕਿ EWS ਰਾਖਵਾਂਕਰਨ ਸਾਲ 2019 ਤੋਂ ਲਾਗੂ ਹੋ ਚੁੱਕਿਆ ਹੈ ਤੇ ਸੁਪਰੀਮ ਕੋਰਟ ਵਿੱਚ ਇਹ ਮਸਲਾ ਲੰਬਿਤ ਰਹਿਣ ਦੇ ਬਾਵਜੂਦ ਇਸ ਨੂੰ ਲਾਗੂ ਕਰਨ ਤੇ ਕੋਈ ਰੋਕ ਨਹੀਂ ਹੈ। ਛਪੇ ਇੱਕ ਲੇਖ ਵਿੱਚ ਰਾਜਨੀਤਿਕ ਕਾਰਕੁਨ ਯੋਗੇਂਦਰ ਯਾਦਵ ਨੇ ਲਿਖਿਆ ਸੀ ਕਿ ਸਾਲ 2019 ਦੇ ਵਿੱਚ ਇਸ ਕਾਨੂੰਨ ਨੂੰ ਲਾਗੂ ਹੋਣ ਦੇ ਬਾਅਦ ਵੀ ਇੱਕ ਵਿਸ਼ਲੇਸ਼ਣ ਕੀਤਾ ਗਿਆ ਸੀ ਤੇ ਇਸ ਵਿਸ਼ਲੇਸ਼ਣ ਤੋਂ ਪਤਾ ਚੱਲਦਾ ਹੈ ਕਿ ਜਿਨ੍ਹਾਂ ਉੱਚੀਆਂ ਜਾਤਾਂ ਨੂੰ EWS ਕਿਹਾ ਜਾ ਰਿਹਾ ਉਹਨਾਂ ਦੇ ਵਿਦਿਆਰਥੀਆਂ ਦੀ ਨੁਮਾਇੰਦਗੀ ਉੱਚ ਸਿੱਖਿਆ ਦੇ 445 ਸੰਸਥਾਨਾਂ ਵਿੱਚ ਪਹਿਲਾਂ ਤੋਂ ਹੀ 28% ਸੀ। ਯਾਦਵ ਨੇ ਪੁੱਛਿਆ ਕਿ ਜਿਹੇ ਵਿੱਚ ਉਹਨਾਂ ਨੂੰ ਰਾਖਵਾਂਕਰਨ ਦੇਣ ਦਾ ਕੀ ਮਤਲਬ ਹੈ। ਦੂਜੀ ਗੱਲ ਹੈ ਕਿ EWS ਰਾਖਵਾਂਕਰਨ ਲਈ ਲੋਕਾਂ ਨੂੰ ਆਪਣੀ ਯੋਗਤਾ ਸਾਬਤ ਕਰਨ ਲਈ ਕਿਸੇ ਨਾ ਕਿਸੇ ਦਸਤਾਵੇਜ਼ ਦੀ ਜ਼ਰੂਰਤ ਪਊਗੀ, ਪਰ ਕੀ ਉਹ ਮੁਕੰਮਲ ਦਸਤਾਵੇਜ਼ ਆਸਾਨੀ ਨਾਲ ਉਪਲਬਧ ਕਰਵਾ ਸਕਣਗੇ। ਉਦਾਹਰਨ ਦੇ ਤੌਰ ਤੇ ਨੈਸ਼ਨਲ ਫੈਮਿਲੀ ਹੈਲਥ ਸਰਵੇ 2015-16 ਦੇ ਅੰਕੜਿਆਂ ਦੇ ਉੱਤੇ ਦੋਸਤੋ ਜੇ ਨਜ਼ਰ ਮਾਰੀਏ ਨਾ ਤੇ ਪਤਾ ਲੱਗਦਾ ਹੈ ਕਿ ਸਭ ਤੋਂ ਜੋ ਕਮਜ਼ੋਰ ਆਰਥਿਕ ਸਥਿਤੀ ਦੇ ਪਰਿਵਾਰਾਂ ਵਿੱਚ ਕਰੀਬ 60% ਅਜਿਹੇ ਆ ਜਿਨ੍ਹਾਂ ਕੋਲੇ ਜਨਮ ਪ੍ਰਮਾਣ ਪੱਤਰ ਤੱਕ ਨਹੀਂ ਹੈਗਾ ਗਾ। ਉਹ ਕਿਵੇਂ ਲੈ ਲੈਣਗੇ ਸਹੂਲਤਾਂ। ਇਸ ਲਈ ਜੇਕਰ EWS ਰਾਖਵਾਂਕਰਨ ਦਾ ਮਕਸਦ ਜਨਰਲ ਸ਼੍ਰੇਣੀ ਦੇ ਗਰੀਬਾਂ ਨੂੰ ਫਾਇਦਾ ਪਹੁੰਚਾਉਣਾ ਆ ਤੇ ਇਸ ਸ਼੍ਰੇਣੀ ਵਿੱਚ ਵੀ ਜੋ ਸਭ ਤੋਂ ਗਰੀਬ ਹਨ ਉਹਨਾਂ ਲਈ ਇਹ ਫਾਇਦਾ ਲੈ ਸਕਣਾ ਚੁਣੌਤੀ ਭਰਿਆ ਹੀ ਰਹਿਣ ਵਾਲਾ। ਦੂਜੇ ਪਾਸੇ ਇਹ ਤਾਂ ਸੰਭਾਵਨਾ ਆ ਕਿ ਜਨਰਲ ਸ਼੍ਰੇਣੀ ਦੇ ਲੋਕ ਜੋ 8 ਲੱਖ ਰੁਪਏ ਸਾਲਾਨਾ ਤੱਕ ਕਮਾ ਰਹੇ ਨੇ ਉਹ ਗਰੀਬੀ ਰੇਖਾ ਦੇ ਹੇਠਾਂ ਰਹਿਣ ਵਾਲੇ ਨੇ ਅਤੇ ਲੋਕਾਂ ਦੀ ਤੁਲਨਾ ਇਸ ਰਾਖਵਾਂਕਰਨ ਦਾ ਬਿਹਤਰ ਲਾਭ ਉਠਾਉਣ ਦੀ ਸਥਿਤੀ ਵਿੱਚ ਕਿੰਜ ਹੋਵੇਗੀ। ਯੋਗੇਂਦਰ ਯਾਦਵ ਇਹ ਵੀ ਕਹਿੰਦੇ ਨੇ ਕਿ ਇਹ ਸਿਰਫ ਸੰਭਾਵਨਾ ਨਹੀਂ ਹੈ, ਇਹ ਤਾਂ ਸਾਰੀ ਖੇਡ ਹੈ। ਜਦੋਂ EWS ਰਾਖਵਾਂਕਰਨ ਨੂੰ ਸਹੀ ਠਹਿਰਾਉਣ ਦੀ ਗੱਲ ਆਉਂਦੀ ਹੈ ਤਾਂ ਉਸ ਦੀ ਨੈਤਿਕ ਅਤੇ ਕਾਨੂੰਨੀ ਯੋਗਤਾ ਗਰੀਬਾਂ ਦੇ ਨਾਂ
ਉੱਤੇ ਦਿੱਤੀ ਜਾਂਦੀ ਹੈ। ਕਿਹਾ ਜਾਂਦਾ ਹੈ ਕਿ ਉੱਚ ਜਾਤਾਂ ਵਿੱਚ ਵੀ ਗਰੀਬ ਨੇ, ਪਰ ਇਸ ਫੈਸਲੇ ਦੀ ਕੌੜੀ ਸੱਚਾਈ ਇਹ ਹੈ ਕਿ ਗਰੀਬਾਂ ਦੇ ਨਾਂ ਉੱਤੇ ਉੱਚੀਆਂ ਜਾਤਾਂ ਦੇ ਮੱਧ ਵਰਗੀ ਪਰਿਵਾਰਾਂ ਨੂੰ ਰਾਖਵਾਂ ਕਰਨ ਦਾ ਲਾਭ ਜਿਹੜਾ ਆ ਉਹ ਦੇ ਦਿੱਤਾ ਗਿਆ। ਦਰਅਸਲ ਇਹੀ ਇਸ ਦਾ ਮਕਸਦ ਸੀਗਾ। ਪਰਦੇ ਉੱਲੇ ਕੁਝ ਹੋਰ ਹੈ, ਦੇਸ਼ ਕੁਝ ਹੋਰ ਰਿਹਾ ਆ। ਯੋਗਿੰਦਰ ਯਾਦਵ ਦੇ ਮੁਤਾਬਕ ਪਿਛਲੇ ਕਾਫੀ ਸਮੇਂ ਤੋਂ ਉੱਚੀ ਜਾਤ ਦੀ ਮਿਡਲ ਕਲਾਸ ਰਾਖਵੇਂਕਰਨ ਤੋਂ ਬੇਹੱਦ ਪਰੇਸ਼ਾਨ ਸੀ ਅਤੇ ਬਹੁਤ ਸਾਰੇ ਵਿਸ਼ੇਸ਼ ਅਧਿਕਾਰ ਪ੍ਰਾਪਤ ਲੋਕ ਖੁਦ ਨੂੰ ਪੀੜਤ ਸਮਝ ਰਹੇ ਸਨ। ਉਹ ਕਹਿੰਦੇ ਸਨ ਕਿ ਭਾਰਤ ਵਿੱਚ ਇਸ ਵਕਤ ਉੱਚੀ ਜਾਤ ਦੇ ਮਿਡਲ ਕਲਾਸ ਸਿੱਖਿਅਤ ਵਰਗ ਦੀ ਇਹੀ ਮਾਨਸਿਕਤਾ ਬਣਾ ਦਿੱਤੀ ਗਈ ਹੈ ਜਿਸ ਵਿੱਚ ਉਹਨਾਂ ਨੂੰ ਲੱਗਦਾ ਹੈ ਕਿ ਉਹਨਾਂ ਦੇ ਨਾਲ ਅਨਿਆਂ ਹੋ ਰਿਹਾ ਆ। ਹਿੰਦੂ ਉੱਚ ਜਾਤਾਂ ਦੇ ਲੋਕ ਭਾਰਤ ਦੀ ਆਬਾਦੀ ਦਾ ਕਰੀਬ 20% ਨੇ। ਕਿਸੇ ਵੀ ਸਰਵੇਖਣ ਜਾਂ ਪ੍ਰਤੱਖ ਤੌਰ ਤੇ ਦੇਖੀਏ ਤਾਂ ਉਹ ਦੇਸ਼ ਦੇ ਮਹੱਤਵਪੂਰਨ ਅਹੁਦਿਆਂ ਵਿੱਚੋਂ ਕਰੀਬ 65 ਤੋਂ 80% ਉੱਤੇ ਮੌਜੂਦ ਹਨ। ਫਿਰ ਵੀ ਉਹ ਵਿਤਕਰੇ ਮਹਿਸੂਸ ਕਰਦੇ ਹਨ। ਹਿੰਦੂਆਂ ਦੀ ਗੱਲ ਕੀਤੀ ਜਾ ਰਹੀ ਹੈ, ਹਿੰਦੂ ਭਾਈਚਾਰੇ ਦੀ ਗੱਲ ਕੀਤੀ ਜਾ ਰਹੀ ਹੈ। ਉਹ ਕਹਿੰਦੇ ਨੇ ਕਿ ਬਹੁਤ ਸਾਲਾਂ ਤੱਕ ਨਿਆਂਪਾਲਕਾਂ ਨੇ ਇਸ ਮਾਨਸਿਕਤਾ ਦਾ ਵਿਰੋਧ ਕੀਤਾ ਆ। ਉਸ ਨੇ ਵੱਖ-ਵੱਖ ਫੈਸਲਿਆਂ ਵਿੱਚ ਕਿਹਾ ਆ ਕਿ ਇਸ ਦੇਸ਼ ਦੀ ਜ਼ਮੀਨੀ ਹਕੀਕਤ ਕੁਝ ਵੱਖਰੀ ਹੈ। ਜ਼ਮੀਨੀ ਹਕੀਕਤ ਵੱਖਰੀ ਹੈ। ਦੇਖੋ, ਸਾਨੂੰ ਇਹ ਮੰਨਣਾ ਹੋਊਗਾ ਕਿ ਸਮਾਜ ਵਿੱਚ ਵਿਤਕਰਾ ਮੌਜੂਦ ਹੈ ਅਤੇ ਸਾਨੂੰ ਇਸ ਲਈ ਤਜਵੀਜ਼ ਕਰਨੀ ਹੋਊਗੀ। ਤਾਂ ਇਸ ਗੱਲ ਦੀ ਇੱਕ ਤਰ੍ਹਾਂ ਨਾਲ ਨੈਤਿਕ ਸਵੀਕਾਰਤਾ ਸੀ ਕਿ ਅਸੀਂ ਇੱਕ ਅਸਮਾਨ ਸਮਾਜ ਵਿੱਚ ਰਹਿੰਦੇ ਹਾਂ, ਯਾਨੀ ਕਿ ਜਿੱਥੇ ਬਰਾਬਰੀ ਨਹੀਂ ਹੈ। ਅਤੇ ਇਸ ਲਈ ਕਦੇ-ਕਦੇ ਸਾਨੂੰ ਕੁਝ ਇਸ ਤਰੀਕੇ ਦਾ ਜੋ ਆ ਪ੍ਰਬੰਧ ਜਿਹੜਾ ਆ ਉਹ ਕੁਝ ਬਣਾਉਣ ਦੀ ਲੋੜ ਪੈਂਦੀ ਹੈ। ਪਰ ਪਿਛਲੇ 10 ਤੋਂ 20 ਸਾਲਾਂ ਦੇ ਵਿੱਚ ਜੋ ਦੇਸ਼ ਵਿੱਚ ਮਾਹੌਲ ਬਣਿਆ ਆ ਉਹ ਇਹ ਹੈ ਕਿ ਇੰਨਾ ਵੀ ਦੇਣ ਦੀ ਕੀ ਲੋੜ ਸੀ। ਦਿਖਾਵੇਬਾਜ਼ੀ ਹੋ ਰਹੀ ਹੈ। ਗਰੀਬਾਂ ਨੂੰ ਉਹਨਾਂ ਦਾ ਹੱਕ ਜਿਹੜਾ ਆ ਪੂਰਨ ਰੂਪ ਦੇ ਵਿੱਚ ਨਹੀਂ ਮਿਲ ਰਿਹਾ। ਗਰੀਬ ਅੱਜ ਵੀ ਉਸੇ ਸਥਿਤੀ ਵਿੱਚ ਆ। 90 ਦੇ ਦੌਰ ਦੇ ਵਿੱਚ ਜਿਹੜਾ ਰੌਲਾ ਉੱਠਿਆ ਸੀ, ਉਸ ਰੌਲੇ ਨੂੰ ਬਾਅਦ ਵਿੱਚ ਅੰਦਰ ਖਾਤੇ ਇਸ ਤਰੀਕੇ ਨਾਲ ਪਲਟੀ ਮਾਰ ਦਿੱਤੀ ਗਈ ਹੈ ਕਿ ਜਿਨ੍ਹਾਂ ਨੂੰ ਹੱਕ ਮਿਲਣੇ ਚਾਹੀਦੇ ਸੀ ਉਹਨਾਂ ਨੂੰ ਹੱਕ ਨਹੀਂ ਮਿਲ ਰਹੇ। ਜਿਹੜੇ ਲੋਕ ਰੌਲਾ ਪਾਉਣ ਵਾਲੇ ਸੀਗੇ, ਜਿਹੜੇ ਬਹੁਗਿਣਤੀ ਲੋਕ ਆ ਜਿਨ੍ਹਾਂ ਨੂੰ 20% ਤੱਕ ਜਿਹੜੀਆਂ ਆ ਨੌਕਰੀਆਂ ਮਿਲੀਆਂ ਹੋਈਆਂ ਆ, ਉਹੀ ਸਭ ਤੋਂ ਵੱਧ ਰੌਲਾ ਪਾਈ ਜਾਂਦੇ ਆ, ਉਹੀ ਡਰ ਪੈਦਾ ਕਰੀ ਜਾਂਦੇ ਆ, ਉਹੀ ਕਹਿੰਦੇ ਆ ਕਿ ਸਾਨੂੰ ਕੁਛ ਨਹੀਂ ਮਿਲ ਰਿਹਾ, ਜਦੋਂ ਕਿ ਇਹੋ ਜਿਹੀਆਂ ਚੀਜ਼ਾਂ, ਇਹੋ ਜਿਹੀਆਂ ਸਕੀਮਾਂ ਦਾ ਜਿਹੜਾ ਲਾਹਾ ਆ ਉਹ ਲੈ ਰਹੇ ਆ। ਇੱਥੋਂ ਤੱਕ ਕਿ ਯਾਦਵ ਹੋਰਾਂ ਦਾ ਇਹ ਕਹਿਣਾ ਹੈ ਕਿ ਸਾਡੀ ਸੰਵਿਧਾਨਕ ਵਿਵਸਥਾ ਦੇ ਨਾਲ ਬਹੁਤ ਵੱਡਾ ਧੋਖਾ ਆ। ਸਮਾਜਿਕ ਨਿਆਂ ਦੀ ਜੋ ਇੱਕ ਸਮਝ ਹੈ ਉਸ ਦੇ ਨਾਲ ਇੱਕ ਭੱਦਾ ਮਜ਼ਾਕ ਹੈ। ਇਹ ਬਹੁਤ ਅਫਸੋਸਨਾਕ ਗੱਲ ਹੈ ਕਿ ਸੁਪਰੀਮ ਕੋਰਟ ਨੇ ਉਸ ਭੱਦੇ ਮਜ਼ਾਕ ਦੇ ਉੱਤੇ ਆਪਣੀ ਮੋਹਰ ਲਾ ਦਿੱਤੀ ਹੈ ਔਰ ਇਸ ਗੱਲ ਦੀ ਕਾਫੀ ਸੰਭਾਵਨਾ ਆ ਕਿ ਜਰਨਲ ਕੈਟਾਗਰੀ ਦੇ ਸਾਧਨ ਸੰਪੰਨ ਮੈਂਬਰ ਜਿਹੜੇ ਨੇ EWS ਕੋਟੇ ਦੇ ਮੁੱਖ ਲਾਭਪਾਤਰੀ ਹੋਣਗੇ। ਇਸ ਤੇ ਬੋਲਦਾ ਹੀ ਕੋਈ ਨਹੀਂ ਆ, ਹੋਣਾ ਹੀ ਹੈ, ਜ਼ਾਹਿਰ ਹੈ। ਜਦੋਂ ਅੰਦਰ ਖਾਤੀ ਚੀਜ਼ ਹੋਰ ਹੋਈ ਜਾਂਦੀ ਆ, ਦਿਖਾਇਆ ਕਿ ਕੁਛ ਜਾ ਰਿਹਾ, ਤਾਂ ਸਮਾਜਿਕ ਨਿਆਂ ਦੀ ਗੱਲ ਤਾਂ ਛੱਡੋ, ਗਰੀਬੀ ਖਾਤਮੇ ਦੀ ਦ੍ਰਿਸ਼ਟੀ ਤੋਂ ਵੀ ਕੋਟੇ ਦੀ ਅਹਿਮੀਅਤ ਜਿਹੜੀ ਆ ਬਹੁਤ ਘੱਟ ਹੋਊਗੀ। ਕਿਉਂਕਿ ਕੋਟਾ ਤਾਂ ਇਹ ਸੀ ਨਾ ਵੀ ਗਰੀਬਾਂ ਦੀ ਹੈਲਪ ਕੀਤੀ ਜਾਵੇ ਅਤੇ ਗਰੀਬਾਂ ਨੂੰ ਵੱਧ ਤੋਂ ਵੱਧ ਮਾਲੀ ਇਮਦਾਦ ਦਿੱਤੀ ਜਾਵੇ, ਆਪਣੀਆਂ ਆਰਥਿਕ ਲੋੜਾਂ ਜਿਹੜੀਆਂ ਨੇ ਉਹ ਪੂਰੀਆਂ ਕਰ ਸਕਣ। ਪਰ ਇਮਦਾਦ ਕਿਸੇ ਹੋਰ ਪਾਸੇ ਜਾ ਰਹੀ ਹੈ। ਅਜਿਹਾ ਲੱਗਦਾ ਹੈ ਕਿ EWM ਕੋਟੇ ਦਾ ਅਸਲੀ ਮਕਸਦ ਰਾਖਵੇਂਕਰਨ ਨੂੰ ਖਤਮ ਕਰਨ ਲਈ ਆਧਾਰ ਤਿਆਰ ਕਰਨਾ ਆ। ਰਾਖਵਾਂਕਰਨ ਖਤਮ ਕੀਤਾ ਜਾਊਗਾ, ਰਾਖਵਾਂਕਰਨ ਬਰਦਾਸ਼ਤ ਨਹੀਂ ਕੀਤਾ ਗਿਆ। VP ਸਿੰਘ ਦੀ ਸਰਕਾਰ ਜਿਹੜੀ ਸੀ ਉਹਦਾ ਹਾਲ ਅਸੀਂ ਉਸ ਵੇਲੇ ਦੇਖ ਹੀ ਲਿਆ ਸੀਗਾ ਕਿ ਇਸ ਤਰੀਕੇ ਦੇ ਨਾਲ ਇੰਨਾ ਕੁ ਰੌਲਾ ਪਿਆ, ਇੰਨਾ ਕੁ ਰੌਲਾ ਪਿਆ ਕਿ ਦੇਸ਼ ਭਰ ਦੇ ਵਿੱਚ ਹਰ ਗਲੀ ਚੁਰਾਹੇ ਦੇ ਵਿੱਚ ਮੁਜ਼ਾਹਰੇ ਹੋਣੇ ਸ਼ੁਰੂ ਹੋ ਗਏ ਸੀਗੇ ਕਿ ਇਹਨਾਂ ਲੋਕਾਂ ਨੂੰ ਰਾਖਵਾਂਕਰਨ ਕਿਉਂ ਦਿੱਤਾ ਗਿਆ, ਇਹਨਾਂ ਨੂੰ ਦਲਿਤਾਂ ਨੂੰ, ਇਹਨਾਂ ਪਛੜੀਆਂ ਸ਼੍ਰੇਣੀਆਂ ਨੂੰ, ਇਹਨਾਂ ਅਨੁਸੂਚਿਤ ਜਾਤੀਆਂ ਨੂੰ ਰਾਖਵਾਂਕਰਨ ਕਿਉਂ ਦਿੱਤਾ ਗਿਆ। ਔਰ ਦਾਅਵਾ ਕੀਤਾ ਗਿਆ ਸੀ ਕਿ ਜਰਨਲ ਕੈਟੇਗਰੀਆਂ ਦੇ ਵੱਡੇ ਲੋਕ ਜਿਹੜੇ ਨੇ ਉਹ ਲੋਕ ਮਾਰੇ ਜਾਣਗੇ, ਉਹ ਖਤਮ ਹੋ ਜਾਣਗੇ, ਉਹਨਾਂ ਨੂੰ ਕੁਛ ਮਦਦ ਨਹੀਂ ਮਿਲ ਰਹੀ। ਔਰ ਇਹ ਵੀ ਗੱਲ ਕੀਤੀ ਜਾ ਰਹੀ ਸੀ ਕਿ ਜਰਨਲ ਕੈਟੇਗਰੀਆਂ ਦੇ ਵਿੱਚ ਜਿਹੜੇ ਗਰੀਬ ਸ਼੍ਰੇਣੀਆਂ ਦੇ ਲੋਕ ਨੇ ਉਹਨਾਂ ਨੂੰ ਕੁਛ ਮਿਲੇਗਾ ਕਦੇ ਜਾਂ ਨਹੀਂ ਮਿਲੇਗਾ। ਪਰ ਹੈਰਾਨੀ ਇਸ ਗੱਲ ਦੀ ਹੈ ਕਿ ਜਿਨ੍ਹਾਂ ਲਈ ਤਾਂ ਇਹ ਬਣਾਏ ਗਏ ਆ, ਮਿਲਿਆ ਤਾਂ ਉਹਨਾਂ ਨੂੰ ਨਹੀਂ, ਤੇ ਫਿਰ ਬਾਕੀਆਂ ਨੂੰ ਤਵੱਕੋ
ਕਿਵੇਂ ਰੱਖ ਸਕਦੇ ਨੇ, ਬਾਕੀਆਂ ਨੂੰ ਕਿਵੇਂ ਮਿਲ ਸਕਦਾ ਆ। ਔਰ ਹਾਲਾਤ ਇਹ ਆ ਕਿ ਹੁਣ ਜੋ ਕੁਝ ਹੋ ਰਿਹਾ ਉਸ ਦਾ ਮਤਲਬ ਸਾਫ਼ ਜ਼ਾਹਿਰ ਆ ਕਿ ਮਕਸਦ ਜਿਹੜਾ ਆ ਇਸ ਦਾ ਰਾਖਵੇਂਕਰਨ ਨੂੰ ਖਤਮ ਕਰਨ ਦੇ ਪਿੱਛੇ ਹੀ ਅੰਦਰ ਹੀ ਜਿਹੜੀਆਂ ਨੇ ਉਹ ਸਾਜ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ। ਭਾਰਤ ਦੁਨੀਆ ਦਾ ਸਭ ਤੋਂ ਵੱਧ ਆਬਾਦੀ ਵਾਲਾ ਮੁਲਕ ਬਣਦਾ ਜਾ ਰਿਹਾ ਆ। ਚੀਨ ਵੈਸੇ ਦੋਸਤੋ ਸਾਡੇ ਵਿੱਚ ਜਿਹੜਾ ਸੀ ਨਾ ਦੁਨੀਆ ਦੇ ਵਿੱਚ ਸਭ ਤੋਂ ਵੱਡੇ ਮੁਲਕ ਸੀਗਾ ਜਿਸ ਦੀ ਆਬਾਦੀ ਇਸ ਟਾਈਮ ਪੂਰੇ ਸੰਸਾਰ ਦੇ ਵਿੱਚ ਨੰਬਰ 1 ਤੇ ਆਉਂਦੀ ਆ। ਪਰ ਜੋ ਹਾਲਾਤ ਇਸ ਟਾਈਮ ਇੰਡੀਆ ਦੇ ਬਣਦੇ ਪਏ ਨਾ ਉਹਨਾਂ ਹਾਲਾਤਾਂ ਨੂੰ ਵੇਖ ਕੇ ਇੰਜ ਪ੍ਰਤੀਤ ਹੁੰਦਾ ਆ ਕਿ ਇੱਕ ਦਿਨ ਭਾਰਤ ਜਿਹੜਾ ਆ ਆਬਾਦੀ ਦੇ ਲਿਹਾਜ਼ ਨਾਲ ਚੀਨ ਨੂੰ ਪਿੱਛੇ ਛੱਡ ਜਾਵੇਗਾ। ਲੋੜਾਂ ਥੋੜਾਂ ਕੁੱਲੀ ਗੁੱਲੀ ਜੁੱਲੀ ਹਜੇ ਤੱਕ ਇੱਥੇ ਪੂਰੀਆਂ ਨਹੀਂ ਹੋਈਆਂ ਹੈਗੀਆਂ ਤੇ ਫਿਰ ਇਹ ਲੋੜਾਂ ਜਿਹੜੀਆਂ ਨੇ ਜਦੋਂ ਇਹ ਨਹੀਂ ਪੂਰੀਆਂ ਹੋ ਰਹੀਆਂ ਤੇ ਵੱਧ ਰਹੀ ਜਿਹੜੀ ਜਨਸੰਖਿਆ ਆ ਉਹ ਦੇਸ਼ ਦੇ ਵਿੱਚ ਸਾਧਨ ਘਟ ਜਾਣਗੇ, ਅਨਾਜ ਘਟ ਜਾਊਗਾ, ਜ਼ਮੀਨ ਘਟ ਜਾਊਗੀ ਔਰ ਉਹਨਾਂ ਨੂੰ ਜਿੰਨਾ ਕੁਝ ਮਿਲਣਾ ਚਾਹੀਦਾ ਹੈਗਾ ਆ, ਜਿੰਨੀਆਂ ਸਹੂਲਤਾਂ ਮਿਲਣੀਆਂ ਚਾਹੀਦੀਆਂ ਨੇ ਉਹ ਘਟ ਜਾਣਗੀਆਂ। ਪਰ ਕਹਿੰਦੇ ਨੇ ਕਿ ਵੱਧ ਰਹੀ ਜਿਹੜੀ ਜਨਸੰਖਿਆ ਉਹ ਵਰਦਾਨ ਵੀ ਸਾਬਤ ਹੋ ਸਕਦੀ ਹੈ। ਇਸ ਦੇ ਉੱਤੇ ਜਿਹੜੀ ਗੱਲਬਾਤ ਆਪਾਂ ਉਹ ਕਰਨੀ ਹੈ। ਮੈਂ ਪਹਿਲੀ ਗੱਲ 'ਤੇ ਆਉਣਾ ਹੈ ਜੀ ਕਿ ਅਨੁਮਾਨ ਹੈ ਕਿ ਮੱਧ ਅਪ੍ਰੈਲ ਦੇ ਵਿੱਚ ਭਾਰਤ ਦੁਨੀਆ ਦੀ ਸਭ ਤੋਂ ਵੱਧ ਆਬਾਦੀ ਵਾਲੇ ਦੇਸ਼ ਚੀਨ ਨੂੰ ਪਿੱਛੇ ਛੱਡ ਦੂਗਾ। ਏਸ਼ੀਆ ਦੇ ਦੋਵੇਂ ਵੱਡੇ ਦੇਸ਼ਾਂ ਦੀ ਆਪੋ ਆਪਣੀ ਆਬਾਦੀ 140 ਕਰੋੜ ਤੋਂ ਵੱਧ ਹੈ ਤੇ ਕਰੀਬ 70 ਸਾਲ ਤੋਂ ਦੁਨੀਆ ਦੀ ਆਬਾਦੀ ਦੇ 1/3 ਤੋਂ ਵੱਧ ਹਿੱਸਾ ਹੋਣ ਵਿੱਚ ਯੋਗਦਾਨ ਹੈ। ਚੀਨ ਦੀ ਆਬਾਦੀ ਅਗਲੇ ਸਾਲ ਤੋਂ ਘਟਣੀ ਸ਼ੁਰੂ ਹੋ ਸਕਦੀ ਹੈ। ਜਨਮ ਦਰ ਘੱਟ ਹੋਣ ਕਰਕੇ ਪਿਛਲੇ ਸਾਲ 160 ਕਰੋੜ ਲੋਕਾਂ ਦਾ ਜਨਮ ਹੋਇਆ ਜੋ ਕਿ ਮੌਤਾਂ ਦੀ ਗਿਣਤੀ ਤੋਂ ਥੋੜਾ ਹੀ ਜ਼ਿਆਦਾ ਸੀ। ਭਾਰਤ ਦੀ ਜਨਮ ਦਰ ਵੀ ਪਿਛਲੇ ਦਹਾਕਿਆਂ ਵਿੱਚ ਹੇਠਾਂ ਆਈ ਹੈ। ਸਾਲ 1950 ਵਿੱਚ ਪ੍ਰਤੀ ਔਰਤ 5-7 ਬੱਚਿਆਂ ਨੂੰ ਜਨਮ ਦੇਣ ਦਰ ਅੱਜ ਪ੍ਰਤੀ ਔਰਤ ਬੱਚਿਆਂ ਦੇ ਜਨਮ ਦਰ ਤੱਕ ਪਹੁੰਚ ਗਈ ਹੈ 2 ਬੱਚੇ। ਤਾਂ ਪਰ ਭਾਰਤ ਵਿੱਚ ਜਨਮ ਦਰ ਘਟਣ ਦੀ ਰਫ਼ਤਾਰ ਹੌਲੀ ਹੈ। ਭਾਰਤ ਵੱਲੋਂ ਆਬਾਦੀ ਪੱਖੋਂ ਚੀਨ ਨੂੰ ਪਛਾੜਨ ਦੇ ਕੀ ਮਕਸਦ ਨੇ? ਕੀ ਇਸ ਦਾ ਕੋਈ ਚੰਗਾ ਪ੍ਰਭਾਵ ਹੋਊਗਾ? ਸਵਾਲ ਤਾਂ ਇਹ ਉੱਠਦਾ ਆ। ਤਾਂ ਇਸ ਗਰੀਬੀ ਬੇਰੁਜ਼ਗਾਰੀ ਵਰਗੀਆਂ ਸਮੱਸਿਆਵਾਂ ਵਧਾਉਣ ਵਾਲਾ ਹੋਊਗਾ? ਇਹ ਵੀ ਸਵਾਲ ਉੱਠਦਾ ਆ। ਚੀਨ ਨੇ ਭਾਰਤ ਤੋਂ ਵੱਧ ਤੇਜ਼ੀ ਨਾਲ ਆਬਾਦੀ ਘਟਾਈ। ਚੀਨ ਨੇ ਆਪਣੀ ਆਬਾਦੀ ਵਧਣ ਦੀ ਦਰ ਸਾਲ 1973 ਵਿੱਚ 2% ਹੋਣ ਤੇ 1983 ਵਿੱਚ 1.1% ਹੋਣ ਤੱਕ ਘਟਾਈ ਹੈ। ਜਨਸੰਖਿਆ ਮਾਹਰਾਂ ਦੀ ਇੱਥੇ ਗੱਲ ਕਰ ਲੈਂਦੇ ਹਾਂ। ਜਨਸੰਖਿਆ ਮਾਹਰ ਕਹਿੰਦੇ ਨੇ ਕਿ ਇਹ ਟੀਚਾ ਮਨੁੱਖੀ ਅਧਿਕਾਰਾਂ ਨੂੰ ਕੁਚਲ ਕੇ ਹਾਸਲ ਕੀਤਾ ਗਿਆ ਆ। ਪਹਿਲਾਂ ਉਹਨਾਂ ਨੇ ਸਿਰਫ ਇੱਕ ਬੱਚਾ ਪੈਦਾ ਕਰਨ ਦੀ ਯੋਜਨਾ ਅਪਣਾਈ, ਫਿਰ ਜ਼ਿਆਦਾ ਉਮਰ ਵਿੱਚ ਵਿਆਹ ਕਰਨ। ਚੀਨ ਨੇ ਸਭ ਕੁਝ ਕੀਤਾ ਜਦੋਂ ਉੱਥੇ ਜ਼ਿਆਦਾਤਰ ਲੋਕ ਪੇਂਡੂ ਖੇਤਰਾਂ ਵਿੱਚ ਰਹਿੰਦੇ ਨੇ। ਵੱਡੀ ਗਿਣਤੀ ਵਿੱਚ ਲੋਕ ਅਨਪੜ੍ਹ ਤੇ ਗਰੀਬ ਨੇ। ਭਾਰਤ ਨੇ ਆਬਾਦੀ ਵਿੱਚ ਤੇਜ਼ ਵਾਧਾ ਵੇਖਿਆ। ਪਿਛਲੀ ਸਦੀ ਦੇ ਦੂਜੇ ਹਿੱਸੇ ਦੀ ਭਾਰਤ ਦੀ ਗੱਲ ਕਰ ਲੈਂਦੇ ਹਾਂ। ਤਕਰੀਬਨ 2% ਸਾਲਾਨਾ ਸੀ। ਸਮੇਂ ਦੇ ਨਾਲ ਨਾਲ ਮੌਤ ਦਰ ਡਿੱਗੀ, ਅਨੁਮਾਨਿਤ ਜੀਵਨ ਕਾਲ ਵਧਿਆ, ਆਮਦਨਾਂ ਵਿੱਚ ਵਾਧਾ ਹੋਇਆ। ਜ਼ਿਆਦਾਤਰ ਲੋਕਾਂ ਖਾਸ ਕਰਕੇ ਸ਼ਹਿਰਾਂ ਵਿੱਚ ਰਹਿਣ ਵਾਲਿਆਂ ਨੂੰ ਪੀਣ ਵਾਲੇ ਸਾਫ਼ ਪਾਣੀ ਅਤੇ ਆਧੁਨਿਕ ਸੀਵਰੇਜ ਸਿਸਟਮ ਮੁਹੱਈਆ ਕਰਵਾਇਆ ਗਿਆ। ਫਿਰ ਵੀ ਜਨਮ ਦਰ ਉੱਚੀ ਰਹੀ। ਲੰਡਨ ਸਕੂਲ ਆਫ ਇਕਨੋਮਿਕਸ ਤੋਂ ਜਨਸੰਖਿਆ ਮਾਹਰ ਟਿਮ ਡਾਇਸਨ ਨੇ ਕਿਹਾ ਸੀ ਕਿ ਭਾਰਤ ਨੇ 1952 ਵਿੱਚ ਪਰਿਵਾਰ ਨਿਯੋਜਨ ਯੋਜਨਾ ਚਲਾਈ ਅਤੇ 1976 ਵਿੱਚ ਪਹਿਲੀ ਵਾਰੀ ਕੌਮੀ ਆਬਾਦੀ ਨੀਤੀ ਲਿਆਈ। ਅਸੀਂ ਕੰਧਾਂ 'ਤੇ ਲੱਗੇ ਨਾ ਬੋਰਡ ਦੇਖਦੇ ਰਹੇ ਹਾਂ ਉਸ ਜ਼ਮਾਨੇ ਵਿੱਚ, ਉਸ ਦੇ ਉੱਤੇ ਲਿਖਿਆ ਸੀ ਅਗਲਾ ਬੱਚਾ ਅਜੇ ਨਹੀਂ, 3 ਤੋਂ ਬਾਅਦ ਕਦੇ ਨਹੀਂ। ਔਰ ਇਸ ਤਰੀਕੇ ਦੇ ਜਨਸੰਖਿਆ ਦੇ ਉੱਤੇ ਕੰਟਰੋਲ ਕਰਨ ਲਈ ਜਿਹੜੇ ਸੀਗੇ ਬੋਰਡ ਵਧਾਏ ਸੀ। ਪਰ ਪੰਜਾਬ ਦੇ ਵਿੱਚ ਹਾਲਤ ਪਤਾ ਕੀ ਰਹੀ ਆ? ਆਹ ਜਿਹੜਾ ਪਿਛਲਾ 2 ਦਹਾਕੇ ਰਹੇ ਆ ਇਹਦੇ ਵਿੱਚ ਸਿਰਫ ਇੱਕੋ ਹੀ ਬੱਚਾ ਪੈਦਾ ਕਰਨਾ ਹੈ। ਮੁੰਡਾ ਹੋ ਗਿਆ ਤਾਂ ਵੀ ਠੀਕ ਆ, ਕੁੜੀ ਹੋ ਗਈ ਤਾਂ ਵੀ ਠੀਕ ਹੈ, ਬਹੁਤੇ ਮੁੰਡੇ ਵਾਲੇ ਸੀਗੇ। ਇੱਦਾਂ ਵੀ ਹਾਲਾਤ ਰਹੇ ਆ। ਇਹ 1976 ਦੀ ਜਿਹੜੀ ਅਸੀਂ ਗੱਲ ਕਰ ਰਹੇ ਹਾਂ, 1976 ਵਿੱਚ ਪਹਿਲੀ ਵਾਰ ਕੌਮੀ ਆਬਾਦੀ ਨੀਤੀ ਲਿਆਂਦੀ ਜਦੋਂ ਕਿ ਚੀਨ ਉਸ ਵੇਲੇ ਜਨਮ ਦਰ ਘਟਾਉਣ ਦੇ ਵਿੱਚ ਰੁੱਝਿਆ ਹੋਇਆ ਸੀਗਾ। 1975 ਦੀ ਐਮਰਜੈਂਸੀ ਦੌਰਾਨ ਲੱਖਾਂ ਗਰੀਬ ਲੋਕਾਂ ਦੀ ਜ਼ਬਰਦਸਤੀ ਨਸਬੰਦੀ ਕਰਨਾ ਲੋੜ ਤੋਂ ਜ਼ਿਆਦਾ ਉਤਸ਼ਾਹੀ ਪਰਿਵਾਰ ਨਿਯੋਜਨ ਪ੍ਰੋਗਰਾਮ ਸੀਗਾ। ਇੰਦਰਾ ਗਾਂਧੀ ਨੇ, ਸੰਜੇ ਗਾਂਧੀ ਨੇ ਰਲ ਕੇ ਇਹ ਸਕੀਮ ਚਲਾਈ ਸੀ ਜਿਸ ਦੀ ਦੇਸ਼ ਭਰ ਦੇ ਵਿੱਚ ਉਸ ਵੇਲੇ ਦੋਸਤੋ ਚਰਚਾ ਹੋਈ ਸੀ। ਤੇ ਨਾਗਰਿਕਾਂ ਦੀਆਂ ਆਜ਼ਾਦੀਆਂ ਖੋਏ ਜਾਣ ਕਰਕੇ ਪਰਿਵਾਰ ਨਿਯੋਜਨ ਖਿਲਾਫ ਸਮਾਜਿਕ ਗੁੱਸਾ ਜਿਹੜਾ ਸੀ ਉਹ ਭੜਕਿਆ ਸੀ। ਪ੍ਰੋਫੈਸਰ ਡਾਇਸਨ ਨੇ ਕਿਹਾ ਕਿ ਭਾਰਤ ਵਿੱਚ ਜਨਮ ਦਰ ਵਧੇਰੇ ਤੇਜ਼ੀ ਨਾਲ ਘਟਾਈ ਜਾ ਸਕਦੀ ਹੈ ਜੇਕਰ ਐਮਰਜੈਂਸੀ ਨਾ ਲੱਗੀ ਹੁੰਦੀ ਅਤੇ ਜੇ ਸਿਆਸਤਦਾਨ ਵਧੇਰੇ ਸਰਗਰਮ ਹੁੰਦੇ। ਤਾਂ ਇਸ ਦਾ ਇਹ ਮਤਲਬ ਸੀ ਕਿ ਬਾਅਦ ਦੀਆਂ ਸਰਕਾਰਾਂ ਫੈਮਿਲੀ ਪਲਾਨਿੰਗ ਦੇ ਮਾਮਲੇ ਵਿੱਚ ਵਧੇਰੇ ਸਾਵਧਾਨੀ ਨਾਲ ਚੱਲੀਆਂ।
ਹੁਣ ਇੱਥੇ ਪੂਰਬੀ ਏਸ਼ੀਆਈ ਦੇਸ਼ ਜਿਵੇਂ ਕਿ ਕੋਰੀਆ, ਮਲੇਸ਼ੀਆ, ਤਾਈਵਾਨ ਅਤੇ ਥਾਈਲੈਂਡ ਜਿਨ੍ਹਾਂ ਨੇ ਭਾਰਤ ਤੋਂ ਬਾਅਦ ਵਿੱਚ ਆਬਾਦੀ ਸੰਬੰਧੀ ਨੀਤੀਆਂ ਜਾਰੀ ਕੀਤੀਆਂ, ਉਹਨਾਂ ਨੇ ਜਨਮ ਦਰ ਘਟਾਉਣ, ਜੱਚਾ ਬੱਚਾ ਮੌਤ ਦਰ ਘਟਾਉਣ, ਆਮਦਨੀ ਵਾਧਾ ਕਰਨ ਅਤੇ ਮਨੁੱਖੀ ਵਿਕਾਸ ਸੁਧਾਰ ਦਾ ਟੀਚਾ ਭਾਰਤ ਤੋਂ ਪਹਿਲਾਂ ਹਾਸਲ ਕਰ ਲਿਆ। ਭਾਰਤ ਵਿੱਚ ਲੋਕਾਂ ਨੇ ਆਬਾਦੀ ਘਟਾਉਣ ਲਈ ਸ਼ੁਰੂ ਹੋਏ ਪ੍ਰੋਗਰਾਮਾਂ ਵਿੱਚ ਯੋਗਦਾਨ ਪਾਇਆ ਤੇ ਭਾਰਤ ਦੀ ਜਿਹੜੀ ਆਬਾਦੀ ਸੀ ਉਹ ਵਿਸਫੋਟਕ ਨਹੀਂ ਬਣੀ। ਭਾਰਤ ਨੇ 1947 ਵਿੱਚ ਜਦੋਂ ਦੇਸ਼ ਦੀ ਵੰਡ ਹੁੰਦੀ ਹੈ, ਆਜ਼ਾਦੀ ਤੋਂ ਲੈ ਕੇ ਅਰਬ ਤੋਂ ਜ਼ਿਆਦਾ ਲੋਕ ਜੋੜੇ ਨੇ। ਇੱਥੇ ਆਬਾਦੀ ਹੋਰ 40 ਸਾਲ ਤੱਕ ਵੱਧਦੀ ਰਹਿਣ ਦਾ ਅਨੁਮਾਨ ਹੈ। ਹੁਣ ਇੱਥੋਂ ਦੀ ਆਬਾਦੀ ਵਾਧਾ ਦਰ ਹੁਣ ਦਹਾਕਿਆਂ ਤੋਂ ਘਟ ਰਹੀ ਹੈ। ਦੇਸ਼ ਨੇ ਜਨਸੰਖਿਆ ਸੰਬੰਧੀ ਆਫਤ ਬਾਰੇ ਗੰਭੀਰ ਭਵਿੱਖਬਾਣੀਆਂ ਨੂੰ ਅਸਫਲ ਕੀਤਾ। ਜਨਸੰਖਿਆ ਮਾਹਰ ਕਹਿੰਦੇ ਨੇ ਕਿ ਇਸ ਲਈ ਭਾਰਤ ਵਿੱਚ ਚੀਨ ਤੋਂ ਵੱਧ ਲੋਕ ਹੋਣਾ ਫਿਕਰਮੰਦੀ ਪੱਖੋਂ ਅਹਿਮ ਨਹੀਂ ਹੈ। ਅਹਿਮ ਕੀ ਹੈ? ਵੱਧ ਰਹੀਆਂ ਆਮਦਨੀਆਂ ਤੇ ਸਿਹਤ ਤੇ ਸਿੱਖਿਆ ਤੱਕ ਪਹੁੰਚ ਵਿੱਚ ਸੁਧਾਰ ਨੇ ਭਾਰਤੀ ਔਰਤਾਂ ਨੂੰ ਪਹਿਲਾਂ ਨਾਲੋਂ ਘੱਟ ਬੱਚੇ ਪੈਦਾ ਕਰਨ ਵਿੱਚ ਮਦਦ ਕੀਤੀ ਆ। ਇਹ ਵੀ ਤਾਂ ਇੱਕ ਫਾਇਦਾ ਹੋਇਆ। ਜਨਮ ਦਰ ਵਿੱਚ ਵੀ ਕਾਫੀ ਗਿਰਾਵਟ ਆਈ ਆ। ਭਾਰਤ ਦੇ 17 ਸੂਬਿਆਂ ਦੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਪ੍ਰਤੀ ਔਰਤ 2 ਬੱਚਿਆਂ ਦੀ ਜਨਮ ਦਰ ਹੈ। ਹੁਣ ਇਹ ਵੀ ਹਾਲ ਹੈ। ਇਸ ਜਨਮ ਦਰ ਰਿਪਲੇਸਮੈਂਟ ਰੇਟ ਤੋਂ ਵੀ ਘੱਟ ਹੈ। ਰਿਪਲੇਸਮੈਂਟ ਦਰ ਦਾ ਮਤਲਬ ਹੁੰਦਾ ਆ ਕਿ ਨਵੇਂ ਪੈਦਾ ਹੋਣ ਵਾਲੇ ਬੱਚੇ ਮੌਤਾਂ ਨਾਲ ਜਾਂ ਹੋਰ ਕਾਰਨਾਂ ਕਰਕੇ ਘੱਟ ਹੋਈ ਆਬਾਦੀ ਦੀ ਪੂਰਤੀ ਕਰਨ ਦੇ ਲਈ ਕਾਫੀ ਨੇ। ਭਾਰਤ ਦੇ ਦੱਖਣੀ ਸੂਬਿਆਂ ਵਿੱਚ ਜਨਮ ਦਰ ਵਿੱਚ ਕਮੀ ਉੱਤਰ ਭਾਰਤ ਦੇ ਮੁਕਾਬਲੇ ਜ਼ਿਆਦਾ ਤੇਜ਼ੀ ਨਾਲ ਦੇਖੀ ਗਈ ਆ। ਤੇ ਇੱਥੇ ਪ੍ਰੋਫੈਸਰ ਡਾਇਸਨ ਜਿਨ੍ਹਾਂ ਦੀ ਆਪਾਂ ਗੱਲ ਕਰਦੇ ਹਾਂ, ਜਿਨ੍ਹਾਂ ਨੇ ਇਹ ਸਰਵੇ ਕੀਤੇ ਆ, ਉਹਨਾਂ ਦਾ ਕਹਿਣਾ ਹੈ ਕਿ ਅਫਸੋਸ ਦੀ ਗੱਲ ਹੈ ਕਿ ਭਾਰਤ ਦਾ ਵਧੇਰੇ ਹਿੱਸਾ ਦੱਖਣ ਭਾਰਤ ਦੀ ਤਰ੍ਹਾਂ ਨਹੀਂ ਹੈ। ਜੇ ਦੂਜੀਆਂ ਸਾਰੀਆਂ ਚੀਜ਼ਾਂ ਇੱਕ ਬਰਾਬਰ ਹੋਣ ਤਾਂ ਉੱਤਰ ਭਾਰਤ ਦੇ ਕਈ ਹਿੱਸਿਆਂ ਵਿੱਚ ਤੇਜ਼ੀ ਨਾਲ ਆਬਾਦੀ ਵਾਧੇ ਨੇ ਲੋਕਾਂ ਦੇ ਜੀਵਨ ਪੱਧਰ ਨੂੰ ਪ੍ਰਭਾਵਿਤ ਕੀਤਾ ਆ। ਭਾਰਤ ਵਿੱਚ 1952 ਵਿੱਚ ਪਰਿਵਾਰ ਨਿਯੋਜਨ ਪ੍ਰੋਗਰਾਮ ਸ਼ੁਰੂ ਹੋਇਆ ਸੀ। ਚੀਨ ਤੋਂ ਵੱਧ ਆਬਾਦੀ ਹੋਣਾ ਮਹੱਤਵਪੂਰਨ ਵੀ ਹੋ ਸਕਦਾ ਹੈ। ਭਾਰਤ ਦੀ ਆਬਾਦੀ ਚੀਨ ਤੋਂ ਵੱਧ ਹੋਣ ਤੋਂ ਬਾਅਦ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੇ ਸਥਾਈ ਮੈਂਬਰ ਹੋਣ ਵਿੱਚ ਭਾਰਤ ਦੀ ਦਾਅਵੇਦਾਰੀ ਮਜ਼ਬੂਤ ਹੋ ਸਕਦੀ ਹੈ। ਯਾਨੀ ਕਿ ਫਾਇਦੇ ਆ ਹੈ, ਇਹ ਜਨਸੰਖਿਆ ਦਾ ਫਾਇਦਾ ਇਹ ਹੈ। ਭਾਰਤੀ ਸੰਯੁਕਤ ਰਾਸ਼ਟਰ ਦਾ ਸੰਸਥਾਪਕ ਮੈਂਬਰ ਹੈ ਅਤੇ ਭਾਰਤ ਨੇ ਹਮੇਸ਼ਾ ਇਸ ਗੱਲ ਤੇ ਜ਼ੋਰ ਦਿੱਤਾ ਹੈ ਕਿ ਸੁਰੱਖਿਆ ਪ੍ਰੀਸ਼ਦ ਦੀ ਸੂਬਾਈ ਮੈਂਬਰਸ਼ਿਪ ਦੀ ਦਾਅਵੇਦਾਰੀ ਬਿਲਕੁਲ ਜਾਇਜ਼ ਹੈ। ਯੂਐਨਓ ਡਿਪਾਰਟਮੈਂਟ ਆਫ ਇਕਨੋਮਿਕਸ ਐਂਡ ਸੋਸ਼ਲ ਅਫੇਅਰਸ ਦੇ ਜਨਸੰਖਿਆ ਵਿਭਾਗ ਦੇ ਡਾਇਰੈਕਟਰ ਜੌਨਸ ਫਿਲਮੇਥ ਕਹਿੰਦੇ ਨੇ, ਕੀ ਕਹਿੰਦੇ ਨੇ? ਉਹਨਾਂ ਦਾ ਕਹਿਣਾ ਹੈ ਕਿ ਮੇਰਾ ਖਿਆਲ ਹੈ ਕਿ ਸਭ ਤੋਂ ਜ਼ਿਆਦਾ ਆਬਾਦੀ ਵਾਲਾ ਦੇਸ਼ ਹੋਣ ਦੇ ਨਾਤੇ ਤੁਹਾਡੀ ਕੁਝ ਜ਼ਿੰਮੇਵਾਰੀ ਜਿਹੜੀ ਹੈ ਉਹ ਬਣਦੀ ਹੈ। ਮੁੰਬਈ ਸਥਿਤ ਇੰਟਰਨੈਸ਼ਨਲ ਇੰਸਟੀਚਿਊਟ ਫਾਰ ਪਾਪੂਲੇਸ਼ਨ ਸਾਇੰਸ ਦੇ ਕੇਸ ਜੇਮਸ ਦੇ ਅਨੁਸਾਰ ਜਿਸ ਤਰ੍ਹਾਂ ਭਾਰਤ ਦੀ ਜਨਸੰਖਿਆ 'ਚ ਬਦਲਾਅ ਆ ਰਿਹਾ ਉਹ ਬਹੁਤ ਅਹਿਮ ਹੈ। ਹੁਣ ਭਾਰਤ ਕਿਹੜੇ ਪੱਖਾਂ ਤੋਂ ਬਿਹਤਰ ਹੈ ਵੀ ਜਨਸੰਖਿਆ ਵੱਧਦੀ ਹੋਵੇ ਤਾਂ? ਕਹਿੰਦੇ ਭਾਰਤ ਦੀ ਇਸ ਮਾਮਲੇ ਵਿੱਚ ਤਾਰੀਫ ਕੀਤੀ ਜਾਣੀ ਚਾਹੀਦੀ ਹੈ ਕਿ ਉਸਨੇ ਜਨਸੰਖਿਅਕ ਬਦਲਾਅ ਨੂੰ ਬਹੁਤ ਚੰਗੇ ਤਰੀਕੇ ਨਾਲ ਸਾਂਭਿਆ। ਭਾਰਤ ਨੇ ਪਰਿਵਾਰ ਨਿਯੋਜਨ ਪ੍ਰੋਗਰਾਮ ਨੂੰ ਇੱਕ ਅਜਿਹੇ ਲੋਕਤੰਤਰ ਵਿੱਚ ਲਾਗੂ ਕੀਤਾ ਜਿੱਥੇ ਜ਼ਿਆਦਾ ਲੋਕ ਗਰੀਬ ਅਤੇ ਅਨਪੜ੍ਹ ਸੀ। ਹੁਣ ਇਹ ਪਰਿਵਾਰ ਨਿਯੋਜਨ ਦੇ ਵਿੱਚ ਅਗਰ ਅਸੀਂ ਉਹਨਾਂ ਨੂੰ ਕਿਹਾ ਜਾਵੇ ਬੱਚੇ ਘੱਟ ਪੈਦਾ ਕਰੋ ਜਾਂ ਫਿਰ ਤੁਸੀਂ ਆਹ ਹਦਾਇਤਾਂ ਜਿਹੜੀਆਂ ਸੀਗੀਆਂ ਹਸਪਤਾਲਾਂ ਦੇ ਵਿੱਚੋਂ ਜੋ ਮਿਲਦੀਆਂ ਸੀਗੀਆਂ ਸਹੂਲਤਾਂ ਵੀ ਆਹ ਚੀਜ਼ਾਂ ਨੂੰ ਅਪਣਾਓ, ਇਸ ਕਰਕੇ ਤੁਹਾਡੇ ਬੱਚੇ ਘੱਟ ਪੈਦਾ ਹੋਣਗੇ, ਹੈ ਨਾ। ਇਸ ਕਰਕੇ ਅਨਪੜ੍ਹ ਲੋਕਾਂ ਨੂੰ ਉਹ ਚੀਜ਼ਾਂ ਦੇਣੀਆਂ, ਉਹਨਾਂ ਦੇ ਕੋਲੋਂ ਉਹਨਾਂ ਦੀ ਵਰਤੋਂ ਕਰਾਉਣਾ ਇੱਕ ਵੱਡਾ ਮਤਲਬ ਬਹੁਤ ਵੱਡਾ ਇਸ਼ੂ ਸੀਗਾ ਵੀ ਇਹ ਲੋਕ ਕਿਵੇਂ ਕਰਨਗੇ, ਪਰ ਫਿਰ ਵੀ ਉਹਨਾਂ ਲੋਕਾਂ ਦੇ ਕੋਲੋਂ ਕਰਵਾ ਲਿਆ ਗਿਆ। ਭਾਰਤ ਲਈ ਚੰਗੀ ਖਬਰ ਹੈ ਕਿ ਦੁਨੀਆ ਭਰ ਵਿੱਚ 25 ਸਾਲ ਤੋਂ ਘੱਟ ਉਮਰ ਦੇ ਲੋਕਾਂ ਵਿੱਚ ਹਰ 5 ਲੋਕਾਂ ਵਿੱਚੋਂ ਇੱਕ ਭਾਰਤੀ ਹੈ। ਖੁਦ ਭਾਰਤ ਵਿੱਚ 47% ਲੋਕਾਂ ਦੀ ਉਮਰ 25 ਸਾਲ ਤੋਂ ਘੱਟ ਹੈ। ਮੌਜੂਦਾ ਭਾਰਤ ਦੀ 2/3 ਆਬਾਦੀ ਨੇ 90 ਦੇ ਦਹਾਕੇ ਬਾਅਦ ਜਨਮ ਲਿਆ ਜਦੋਂ ਕਿ ਭਾਰਤ ਦੇ ਆਰਥਿਕ ਸੁਧਾਰ ਦੀ ਸ਼ੁਰੂਆਤ ਕਰ ਦਿੱਤੀ ਸੀ। ਅਰਥ ਸ਼ਾਸਤਰੀ ਸ਼ਰੂਤੀ ਰਾਜਗੋਪਾਲ ਮੁਤਾਬਕ ਭਾਰਤ ਦੇ ਇਹਨਾਂ ਨੌਜਵਾਨਾਂ ਵਿੱਚ ਕੁਝ ਵਿਸ਼ੇਸ਼ ਲੱਛਣ ਨੇ। ਉਹ ਕਹਿੰਦੀ ਹੈ ਨੌਜਵਾਨ ਭਾਰਤੀਆਂ ਦੀ ਇਹ ਪੀੜ੍ਹੀ ਗਿਆਨ ਅਤੇ ਨੈੱਟਵਰਕ ਦੀ ਸਭ ਤੋਂ ਵੱਡੀ ਉਪਭੋਗਤਾ ਅਤੇ ਕਿਰਤੀ ਵਰਗ ਦਾ ਸੋਮਾ ਹੋਵੇਗੀ। ਪੂਰੀ ਦੁਨੀਆ ਦੇ ਹੁਨਰਮੰਦ ਲੋਕਾਂ ਵਿੱਚ ਭਾਰਤੀਆਂ ਦਾ ਵੱਡਾ ਹਿੱਸਾ ਹੋਵੇਗਾ। ਕੀ ਫਾਇਦੇ ਹੋ ਸਕਦੇ ਆ ਇਹ ਵੱਧਦੀ ਜਨਸੰਖਿਆ ਦੇ? ਉਹਨਾਂ ਦੇ ਉੱਤੇ ਆਪਾਂ ਗੱਲ ਕਰਦੇ ਪਏ ਹਾਂ। 2060 ਤੱਕ ਭਾਰਤ ਦੀ ਆਬਾਦੀ 1.6 ਤੋਂ 1.8 ਅਰਬ ਤੱਕ ਵੱਧ ਸਕਦੀ ਹੈ, ਪਰ ਚੁਣੌਤੀਆਂ ਵੀ ਹੈ ਨਾ। ਚੁਣੌਤੀਆਂ ਉੱਤੇ ਵੀ ਗੱਲ ਕਰਦੇ ਆ। ਭਾਰਤ ਨੂੰ ਜੇਕਰ ਜਨਸੰਖਿਅਕ ਲਾਭ ਅੰਸ਼ ਹਾਸਲ ਕਰਨਾ ਹੈ ਤਾਂ ਉਸ ਨੂੰ ਆਪਣੇ ਨੌਜਵਾਨਾਂ ਜਿੰਨੀਆਂ ਨੌਕਰੀਆਂ ਪੈਦਾ ਕਰਨੀਆਂ ਪੈਣਗੀਆਂ। ਪਰ ਸੈਂਟਰ ਫਾਰ ਮੋਨੀਟਰਿੰਗ ਇੰਡੀਅਨ ਇਕਾਨਮੀ ਮੁਤਾਬਕ ਫਿਲਹਾਲ ਭਾਰਤ ਵਿੱਚ ਕੰਮ ਕਰਨ ਦੀ ਉਮਰ ਵਾਲਿਆਂ ਵਿੱਚੋਂ ਮਹਿਜ਼ 40% ਲੋਕ ਜਾਂ ਤਾਂ ਕੰਮ ਕਰਦੇ ਨੇ ਜਾਂ
ਜਾਂ ਕੰਮ ਕਰਨਾ ਚਾਹੁੰਦੇ ਨੇ। ਭਾਰਤ ਵਿੱਚ ਔਰਤਾਂ ਨੂੰ ਨੌਕਰੀ ਦੀ ਲੋੜ ਹੋਊਗੀ। ਨੌਕਰੀ ਦੀ ਲੋੜ ਇਸ ਕਰਕੇ ਹੋਣੀ ਕਿਉਂਕਿ ਬੱਚਿਆਂ ਨੂੰ ਜਨਮ ਦੇਣਾ ਤੇ ਉਹਨਾਂ ਦੇ ਪਾਲਣ ਪੋਸ਼ਣ ਵਿੱਚ ਘੱਟ ਸਮਾਂ ਦਿੰਦੀਆਂ ਨੇ, ਪਰ ਇਹ ਤਸਵੀਰ ਬਹੁਤੀ ਆਸਵੰਦ ਨਹੀਂ ਹੈ। CMII ਮੁਤਾਬਕ ਅਕਤੂਬਰ 2022 ਦੇ ਅੰਕੜੇ ਇਸੇ ਸਾਲ ਦੇ ਜਿਹੜੇ ਸਾਹਮਣੇ ਆਏ ਨੇ, ਉਸ ਦੇ ਮੁਤਾਬਕ ਭਾਰਤ ਵਿੱਚ ਕੰਮ ਕਰਨ ਦੀ ਉਮਰ ਤੱਕ ਪਹੁੰਚ ਚੁੱਕੀਆਂ ਔਰਤਾਂ ਵਿੱਚੋਂ ਮਹਿਜ਼ 10% ਕੰਮ ਕਰਦੀਆਂ ਨੇ, ਜਦੋਂ ਕਿ ਚੀਨ ਵਿੱਚ 69% ਔਰਤਾਂ ਜਿਹੜੀਆਂ ਨੇ ਉਹ ਕੰਮ ਕਰਦੀਆਂ ਨੇ। ਇਸ ਤੋਂ ਇਲਾਵਾ ਭਾਰਤ ਵਿੱਚ ਪ੍ਰਵਾਸ ਦਾ ਇੱਕ ਮਸਲਾ ਹੈ। ਭਾਰਤ ਵਿੱਚ ਕਰੀਬ 20 ਕਰੋੜ ਲੋਕਾਂ ਨੇ ਅੰਦਰੂਨੀ ਪ੍ਰਵਾਸ ਕੀਤਾ, ਜਿਵੇਂ ਇੱਕ ਸੂਬੇ ਜਾਂ ਸ਼ਹਿਰ ਤੋਂ ਦੂਜੇ ਸੂਬੇ ਜਾਂ ਸ਼ਹਿਰ ਦੇ ਵਿੱਚ ਜਾ ਕੇ ਵਸਣਾ। ਇਹਨਾਂ ਵਿੱਚ ਸਭ ਤੋਂ ਜ਼ਿਆਦਾ ਗਿਣਤੀ ਪਿੰਡਾਂ ਵਿੱਚ ਰਹਿਣ ਵਾਲੇ ਲੋਕਾਂ ਦੀ ਹੈ, ਜੋ ਰੁਜ਼ਗਾਰ ਦੀ ਭਾਲ ਦੇ ਵਿੱਚ ਆਪਣੇ ਪਿੰਡਾਂ ਨੂੰ ਛੱਡ ਕੇ ਸ਼ਹਿਰਾਂ ਵਿੱਚ ਚਲੇ ਜਾਂਦੇ ਆ। ਕੇਰਲ ਦੇ ਇੰਟਰਨੈਸ਼ਨਲ ਇੰਸਟੀਚਿਊਟ ਆਫ ਮਾਈਗ੍ਰੇਸ਼ਨ ਐਂਡ ਡਿਵੈਲਪਮੈਂਟ ਦੇ IS ਇੰਦਰਾਇਆ ਰਾਜਨ ਕਹਿੰਦੇ ਆ ਕਿ ਪਿੰਡਾਂ ਵਿੱਚ ਨੌਕਰੀਆਂ ਦੀ ਕਮੀ ਹੈ ਅਤੇ ਉੱਥੇ ਮਜ਼ਦੂਰੀ ਬਹੁਤ ਘੱਟ ਹੈ, ਇਸ ਲਈ ਲੋਕਾਂ ਦਾ ਸ਼ਹਿਰ ਵਿੱਚ ਆਉਣਾ ਜਾਰੀ ਰਹੂਗਾ। ਇਹ ਵਰਤਾਰਾ ਆ, ਪਰ ਉਹ ਸ਼ਹਿਰ ਕੀ ਪਿੰਡਾਂ ਤੋਂ ਆਉਣ ਵਾਲੇ ਲੋਕਾਂ ਲਈ ਲੋੜੀਂਦੀਆਂ ਸਹੂਲਤਾਂ ਮੁਹੱਈਆ ਕਰਾ ਸਕਦੇ ਨੇ? ਸਵਾਲ ਇਹ ਵੀ ਖੜਾ ਹੁੰਦਾ ਆ ਕਿ ਜੇ ਅਜਿਹਾ ਨਹੀਂ ਹੋਇਆ ਤੇ ਅਸੀਂ ਸ਼ਹਿਰਾਂ ਅੰਦਰ ਝੁੱਗੀ ਬਣਦਿਆਂ ਦੇਖਾਂਗੇ, ਜਿੱਥੇ ਬਿਮਾਰੀਆਂ ਵੀ ਬਹੁਤ ਹੋਇਆ ਕਰਨਗੀਆਂ। ਜਨਸੰਖਿਆ ਮਾਹਰ ਕਹਿੰਦੇ ਨੇ ਕਿ ਭਾਰਤ ਵਿੱਚ ਬਾਲ ਵਿਆਹ ਰੋਕਣ ਦੀ ਲੋੜ ਹੈ। ਘੱਟ ਉਮਰ ਵਿੱਚ ਵਿਆਹਾਂ ਉੱਤੇ ਲਗਾਮ ਲਗਾਉਣ ਦੀ ਲੋੜ ਹੈ। ਜਨਮ ਤੇ ਮੌਤ ਦੇ ਸਹੀ ਪੰਜੀਕਰਨ ਦੀ ਵੀ ਲੋੜ ਹੈ। ਜਨਮ ਦੇ ਸਮੇਂ ਗੈਰ ਬਰਾਬਰ ਲਿੰਗ ਅਨੁਪਾਤ ਯਾਨੀ ਕਿ ਕੁੜੀਆਂ ਤੋਂ ਵੱਧ ਮੁੰਡਿਆਂ ਦੀ ਪੈਦਾਇਸ਼ ਹੁਣ ਤੱਕ ਇੱਕ ਚਿੰਤਾ ਬਣੀ ਹੋਈ ਹੈ। ਤਾਂ ਜਨਸੰਖਿਆ ਮਾਹਰ ਕਹਿੰਦੇ ਨੇ ਕਿ ਭਾਰਤੀਆਂ ਦੀ ਜਿਹੜੀ ਔਸਤ ਉਮਰ ਹੈ, ਉਮਰ ਬਾਰੇ ਘੱਟ ਹੀ ਗੱਲ ਹੁੰਦੀ ਹੈ। ਸੰਨ 47 ਵਿੱਚ ਭਾਰਤੀਆਂ ਦੀ ਔਸਤ ਉਮਰ 21 ਸਾਲ ਸੀਗੀ। ਉਸ ਵੇਲੇ ਸਿਰਫ 5% ਆਬਾਦੀ 60 ਸਾਲ ਤੋਂ ਜ਼ਿਆਦਾ ਸੀ। ਅੱਜ ਭਾਰਤੀਆਂ ਦੀ ਔਸਤ ਉਮਰ 28 ਸਾਲ ਹੈ। 10% ਤੋਂ ਵੱਧ ਆਬਾਦੀ 60 ਸਾਲ ਤੋਂ ਵੱਧ ਉਮਰ ਦੀ ਹੈ। ਕੇਰਲ ਅਤੇ ਤਾਮਿਲਨਾਡੂ ਜਿਹੇ ਦੱਖਣ ਦੇ ਸੂਬਿਆਂ ਨੇ ਘੱਟੋ ਘੱਟ 20 ਸਾਲ ਪਹਿਲਾਂ ਹੀ ਰਿਪਲੇਸਮੈਂਟ ਲੈਵਲ ਹਾਸਲ ਕਰ ਲਿਆ ਸੀ। ਤਾਂ ਹੁਣ ਗੱਲ ਕਰਦੇ ਹਾਂ ਕਿ ਕਿਤਾਬ ਹੇਲ ਨੰਬਰਸ ਐਂਡ ਹਾਲਫ ਟਰੁਥ ਜੋ ਅੰਕੜੇ ਸਾਨੂੰ ਆਧੁਨਿਕ ਭਾਰਤ ਬਾਰੇ ਦੱਸਦੇ ਆ, ਜੇ ਨਹੀਂ ਦੱਸ ਸਕਦੇ ਤਾਂ ਇਸ ਬਾਰੇ ਇੱਕ ਹੋਰ ਵੀ ਗੱਲ ਸਾਹਮਣੇ ਆਈ ਕਿ ਭਾਰਤ ਵਿੱਚ ਜਿਵੇਂ ਕੰਮ ਕਰਨ ਵਾਲੇ ਲੋਕਾਂ ਦੀ ਆਬਾਦੀ ਘੱਟ ਹੋਵੇਗੀ, ਉਵੇਂ ਹੀ ਬੁੱਢੇ ਲੋਕਾਂ ਦੀ ਮਦਦ ਕਰਨ ਦਾ ਬੋਝ ਸਰਕਾਰ 'ਤੇ ਵਧੇਗਾ ਤੇ ਪਰਿਵਾਰ ਦੀ ਰਚਨਾ ਨੂੰ ਨਵੇਂ ਸਿਰੇ ਤੋਂ ਬਦਲਣਾ ਹੋਵੇਗਾ। ਇਕੱਲੇ ਰਹਿ ਰਹੇ ਬਜ਼ੁਰਗ ਇੱਕ ਵੱਡੀ ਚਿੰਤਾ ਦਾ ਕਾਰਨ ਬਣ ਜਾਣਗੇ। ਇਸ ਲਈ ਪਰਿਵਾਰ ਨਿਯੋਜਨ ਜਿਹੜਾ ਆ ਵੱਧ ਰਹੀ ਆਬਾਦੀ ਦੇ ਉੱਤੇ ਕੰਟਰੋਲ ਹੁਣ ਵੀ ਜਿਹੜਾ ਆ ਕਰਨਾ ਪਊਗਾ। ਛੋਟੀ ਉਮਰ ਦੇ ਵਿੱਚ ਜਿਹੜੇ ਵਿਆਹ ਹੋ ਰਿਹਾ ਉਹਨਾਂ ਉੱਤੇ ਪਾਬੰਦੀ ਲਗਾਉਣੀ ਪਊਗੀ, ਨਹੀਂ ਤਾਂ ਇਹ ਆਬਾਦੀ ਇੱਕ ਦਿਨ ਖਰਾਬ ਕਰੇਗੀ। ਸੋ ਦੋਸਤੋ, ਇਹ ਸੀ ਦੋ ਖਬਰਾਂ ਜਿਨ੍ਹਾਂ ਦੇ ਉੱਤੇ ਗੱਲਬਾਤ ਕੀਤੀ। ਕਿਸ ਤਰੀਕੇ ਲੱਗਦੇ ਨੇ ਸਾਡੇ ਪ੍ਰੋਗਰਾਮ, ਇਸ ਬਾਰੇ ਸਾਨੂੰ ਜ਼ਰੂਰ ਦੱਸਿਆ ਕਰੋ। ਇੱਥੇ ਕਰਦੇ ਹਾਂ ਸਮਾਪਤ। ਧੰਨਵਾਦ। ਤੁਹਾਡੀਆਂ ਗੱਡੀਆਂ ਲਈ ਕਿਸੇ ਵੀ ਤਰ੍ਹਾਂ ਦੀ ਮੁਰੰਮਤ ਜਾਂ 4 ਵੀਲਰ ਹੈਲਪਲਾਈਨ ਜੇਕਰ ਤੁਸੀਂ ਭਾਲ ਰਹੇ ਹੋ ਤਾਂ ਸੰਪਰਕ ਕਰੋ ਤੁਹਾਡੇ ਆਪਣੇ ਸ਼ਹਿਰ ਵਿਨੀਪੈਗ 'ਚ ਟਾਊਨ ਆਟੋ ਬਾਡੀ ਵਿਖੇ। ਸਤਿ ਸ੍ਰੀ ਅਕਾਲ ਜੀ, ਮੇਰਾ ਨਾਮ ਹੈਗਾ ਸ਼ਮਸ਼ੇਰ ਸਿੰਘ, ਟਾਊਨ ਆਟੋ ਬਾਡੀ ਤੋਂ। ਰੱਬ ਨਾ ਕਰੇ ਤੁਹਾਡੀ ਗੱਡੀ ਨੂੰ ਕੁਝ ਹੋ ਜਾਂਦਾ ਵਾ ਤੇ ਤੁਸੀਂ ਸਿੱਧਾ ਟਾਊਨ ਆਟੋ ਬਾਡੀ ਤੇ ਆਓ। ਅਸੀਂ ਇੱਥੇ ਇਹ ਸਾਡੀ ਜਿਹੜੀ ਸ਼ਾਪ ਹੈਗੀ ਡਾਇਰੈਕਟ ਰਿਪੇਅਰ ਸ਼ਾਪ ਹੈਗੀ ਆ। ਅਸੀਂ ਆਪਣੇ ਆਪ ਹੀ ਐਮਪੀਏ ਨੂੰ ਕਾਲ ਕਰਕੇ ਤੁਹਾਡੀ ਗੱਡੀ ਦਾ ਕਲੇਮ ਖੋਲ੍ਹ ਦਿੰਦੇ ਹਾਂ ਤੇ ਤੁਹਾਡੀ ਗੱਡੀ ਦਾ ਐਸਟੀਮੇਟ ਬਣਾ ਕੇ ਐਮਪੀਏ ਨੂੰ ਭੇਜ ਦਿੰਦੇ ਹਾਂ। ਕੋਈ ਵੀ ਤੁਹਾਡੀ ਗੱਡੀ ਤੇ ਸਕ੍ਰੈਚ, ਡੈਂਟ ਜਾਂ ਕੋਈ ਤੁਹਾਡੀ ਗੱਡੀ ਦੇ ਕੋਈ ਸ਼ੀਸ਼ੇ ਤੋੜ ਗਿਆ ਵਾ, ਤੁਸੀਂ ਸਾਨੂੰ ਕਾਲ ਕਰੋ, ਅਸੀਂ ਆਪਣੇ ਆਪ ਹੀ ਗਲਾਸ ਕਲੇਮ ਖੋਲ੍ਹ ਲੈਂਦੇ। ਇਹ ਸ਼ਾਪ ਜਿਹੜੀ ਆ ਇਹ ਐਮਪੀਏ ਦੀ ਕ੍ਰੈਡਿਟ ਸ਼ਾਪ ਹੈਗੀ ਆ ਵਾ। ਅਸੀਂ ਸਿੱਧੀ ਡਾਇਰੈਕਟ ਬਿਲਿੰਗ ਕਰਦੇ ਹਾਂ ਐਮਪੀਏ ਨੂੰ। ਇੱਥੇ ਅਸੀਂ ਆਪ ਹੀ ਗਲਾਸ ਕਲੇਮ ਵੀ ਖੋਲ੍ਹਦੇ ਹਾਂ। ਤੁਹਾਨੂੰ ਗਲਾਸ ਕਲੇਮ ਖੋਲ੍ਹਣ ਦੀ ਫੋਨ ਦੀ ਲੋੜ ਨਹੀਂ ਹੈਗੀ। ਅਸੀਂ ਆਪਣੇ ਆਪ ਇੱਥੇ ਗਲਾਸ ਕਲੇਮ ਖੋਲ੍ਹਦੇ। ਜਦੋਂ ਤੱਕ ਤੁਹਾਡੀ ਗੱਡੀ ਇੱਥੇ ਸ਼ਾਪ 'ਤੇ ਰਹੂਗੀ ਉਦੋਂ ਤੱਕ ਅਸੀਂ ਕਾਰ ਰੈਂਟਲ ਵੀ ਦੇਵਾਂਗੇ। ਵੈਨਾਂ, ਟਰੱਕ, SUV ਕੋਈ ਵੀ ਤੁਹਾਨੂੰ ਕਾਰ ਰੈਂਟਲ ਵੀ ਚਾਹੀਦੀ ਹੋਈ ਅਸੀਂ ਕਾਰ ਰੈਂਟਲ ਵੀ ਤੁਹਾਨੂੰ ਦੇਵਾਂਗੇ। ਆਪਣੀ ਸ਼ਾਪ ਲੋਕੇਸ਼ਨ ਹੈਗੀ ਆ 64 ਸਾਲਟਰ ਸਟਰੀਟ ਵਿਨੀਪੈਗ ਦੇ ਵਿੱਚ। ਜਿਵੇਂ ਤੁਹਾਨੂੰ ਪਤਾ ਹੀ ਹੈ ਸਨੋ ਆ ਰਹੀ ਹੈ ਵਿਨੀਪੈਗ ਦੇ ਵਿੱਚ, ਉਵੇਂ ਤੁਹਾਡੇ ਲਈ ਅਸੀਂ ਵਿੰਟਰ ਟਾਇਰ ਪ੍ਰੋਗਰਾਮ ਲੈ ਕੇ ਆਏ। ਐਮਪੀਏ ਦਾ ਵਿੰਟਰ ਟਾਇਰ ਪ੍ਰੋਗਰਾਮ ਆ, ਉਹਦੇ ਵਿੱਚ $2000 ਤੱਕ ਤੁਹਾਨੂੰ ਐਮਪੀ ਹੀ ਲੋਨ ਦਿੰਦੀ ਆ। ਵਿੰਟਰ ਟਾਇਰ ਪ੍ਰੋਗਰਾਮ ਵਿੱਚ ਅਲੋਏ ਵੀਲਸ, ਟਾਇਰ ਅਲਾਈਨਮੈਂਟ ਤੁਸੀਂ ਕਰਵਾ ਸਕਦੇ ਹੋ। ਕੋਈ ਵੀ ਤੁਹਾਨੂੰ ਜਾਣਕਾਰੀ ਦੀ ਲੋੜ ਆ ਤੁਸੀਂ ਸਾਨੂੰ ਜਦੋਂ ਮਰਜ਼ੀ ਫੋਨ ਕਰ ਲਓ 2044211300 ਤੇ, ਜਾਂ ਤੁਸੀਂ ਸਾਡੀ ਵੈਬਸਾਈਟ ਤੇ ਜਾ ਲਓ www.townautobody.ca। ਉਹਦੇ ਵਿੱਚ ਤੁਸੀਂ 24/7 ਲਾਈਵ ਚੈਟ ਤੁਸੀਂ ਏਜੰਟ ਦੇ ਨਾਲ ਕਰ ਸਕਦੇ ਹੋ। ਥੈਂਕ ਯੂ। ਹਾਂਜੀ, ਸਤਿ ਸ੍ਰੀ ਅਕਾਲ ਜੀ। ਮੇਰੀ ਗੱਡੀ ਦਾ ਇੱਥੇ ਇੱਕ ਡੈਂਟ ਜਿਹਾ ਪੈ ਗਿਆ ਸੀਗਾ। ਉਸ ਤੋਂ ਬਾਅਦ ਮੈਂ ਇਹਨਾਂ ਕੋਲ ਟਾਊਨ ਆਟੋ ਬਾਡੀ ਵਾਲਿਆਂ ਕੋਲ ਆਇਆ ਤੇ MPI ਤੋਂ ਕਲੇਮ ਲੈਣ ਤੋਂ ਬਾਅਦ ਇਹਨਾਂ ਕੋਲ ਗੱਡੀ ਆਪਾਂ ਨੇ ਰੱਖ ਦਿੱਤੀ ਤੇ ਥੋੜ੍ਹੀ ਦਿਨਾਂ ਦੇ ਵਿੱਚ ਇਹਨਾਂ ਨੇ ਗੱਡੀ ਮੇਰੀ ਪੂਰੀ ਚੰਗੀ ਤਰ੍ਹਾਂ
ਮੁਕੰਮਲ ਕਰਕੇ ਸਹੀ ਕਰਕੇ ਦੇ ਦਿੱਤੀ ਹੈ ਤੇ ਨਾਲ ਦੀ ਨਾਲ ਇਹਨਾਂ ਨੇ ਗੱਡੀ ਦੀ ਮੇਰੀ ਦੀ ਡਿਟੇਲਿੰਗ ਵੀ ਕਰਤੀ, ਧੋਤੀ ਤੇ ਗੱਡੀ ਪੂਰੀ ਲਿਸ਼ਕਾਤੀ ਤੇ ਬਹੁਤ ਵਧੀਆ ਜਿਹੜੀ ਆ ਕਸਟਮਰ ਸਰਵਿਸ ਵੀ ਦਿੰਦੇ ਨੇ। ਤੇ ਜੇਕਰ ਤੁਹਾਨੂੰ ਉਸ ਟਾਈਮ ਤੇ ਜੇਕਰ ਤੁਹਾਡੀ ਗੱਡੀ ਖਰਾਬ ਹੋਈ ਹੈ ਤੇ ਕੋਈ ਰੈਂਟਲ ਗੱਡੀ ਤੁਸੀਂ ਚਲਾਉਣ ਨੂੰ ਲੈਣੀ ਹੈ ਤੇ ਉਹ ਵੀ ਜਿਹੜੀ ਹੈ ਤੁਹਾਨੂੰ ਪ੍ਰੋਵਾਈਡ ਕਰ ਦਿੰਦੇ ਨੇ। ਮੈਂ ਤੁਹਾਨੂੰ ਹਾਈਲੀ ਰਿਕਮੈਂਡ ਕਰਾਂਗਾ ਵਿਨੀਪੈਗ ਏਰੀਆ ਦੇ ਵਿੱਚ ਜਾਂ ਤੁਸੀਂ ਕਿਸੇ ਹੋਰ ਲਾਗ ਪਾਸ ਦੇ ਏਰੀਆ ਦੇ ਵਿੱਚ ਤੁਹਾਡੀ ਗੱਡੀ ਆ ਖਰਾਬ ਹੁੰਦੀ ਹੈ, ਤੁਸੀਂ ਇਹਨਾਂ ਕੋਲ ਪਹੁੰਚੋ ਤੇ ਬਹੁਤ ਹੀ ਵਧੀਆ ਸਰਵਿਸ ਤੇ ਜਲਦੀ ਜਿਹੜੀ ਤੁਹਾਨੂੰ ਆ ਤੁਹਾਡੀ ਗੱਡੀ ਚਲਦੀ ਕਰਕੇ ਦੇ ਦਿੰਦੇ ਨੇ। ਥੈਂਕ ਯੂ ਜੀ। ਸਰਵਿਸ ਦਾ ਲਾਭ ਉਠਾਉਣ ਲਈ ਹੁਣੇ ਕੰਟੈਕਟ ਕਰੋ ਟਾਊਨ ਆਟੋ ਬਾਡੀ 64 ਸੈਲਟਰ ਸਟਰੀਟ, ਵਿਨੀਪੈਗ MB, ਕੈਨੇਡਾ, ਮੈਨੀਟੋਬਾ। ਸਾਡਾ ਕੰਟੈਕਟ ਨੰਬਰ ਹੈ +1204 421 1300।